ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਜੁੜ ਬੈਠ ਕੇ
ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਜਦੋਂ ਜੀਵ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਸੰਗਤ ਵਿੱਚ ਆਉਂਦਾ ਹੈ, ਸੰਗਤ ਵਿੱਚ ਆ ਕੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਨੇ ਉਸ ਨਿਰੰਕਾਰ ਸੱਚ ਪਰਮਾਤਮਾ ਦੀ ਉਸਤਤ ਕਰਨੀ ਹੁੰਦੀ ਹੈ, ਜਿਸ ਦੇ ਪਰਥਾਏ ਮਹਾਰਾਜ ਦਾ ਫਰਮਾਨ ਹੈ, ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਸੇ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਸੰਗਤ ਵਿੱਚ ਆ ਕੇ ਸਾਨੂੰ ਉਸ ਨਾਮ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ, ਜਿਸ ਨਾਮ ਨੂੰ ਭੁੱਲ ਕੇ ਅੱਜ ਦਾ ਮਨੁੱਖ ਇਹ ਜਿਹੜਾ ਮਨ ਹੈ ਉਹ ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਜਿਸ ਨਾਮ ਨੂੰ ਭੁੱਲ ਕੇ ਮਨ ਆਪਣੇ ਪਿਛੋਕੜ ਨੂੰ ਭੁੱਲ ਜਾਂਦਾ ਹੈ, ਜਿਸ ਨਾਮ ਨੂੰ ਭੁੱਲਣ ਕਰਕੇ ਹੀ ਮਨ ਆਪਣੇ ਘਰ ਨੂੰ ਜਾਣ ਦਾ ਰਸਤਾ ਭੁੱਲ ਚੁੱਕਾ ਹੈ। ਜਦੋਂ ਅਸੀਂ ਸਤ ਸੰਗਤ ਵਿੱਚ ਆਉਂਦੇ ਹਾਂ, ਸਤ ਸੰਗਤ ਦੀ ਇਹੋ ਨਿਸ਼ਾਨੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਨਾਮ ਦਾ ਭੇਦ ਦਿੱਤਾ ਜਾਂਦਾ ਹੈ, ਜਿਸ ਦੇ ਪਰਥਾਏ ਗੁਰਬਾਣੀ ਦਾ ਫਰਮਾਨ ਹੈ, ਸਤ ਸੰਗਤ ਕੈਸੀ ਜਾਣੀਐ, ਜਿਥੈ ਏਕੋ ਨਾਮ ਵਖਾਣੀਐ। ਸਤ ਸੰਗਤ ਉਸ ਅਸਥਾਨ ਨੂੰ ਹੀ ਕਿਹਾ ਜਾਂਦਾ ਜਿੱਥੇ ਨਾਮ ਦੀ ਉਸਤਤ ਹੁੰਦੀ ਹੈ, ਨਾਮ ਦਾ ਭੇਦ ਮਿਲਦਾ ਹੈ, ਨਾਮ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ। ਜਿਸ ਜਗ੍ਹਾ ਦੇ ਉੱਪਰ ਦੂਸਰੇ ਦੇ ਪਰਥਾਏ ਮਾੜੇ ਬਚਨ ਬੋਲੇ ਜਾਂਦੇ ਨੇ, ਦੁਬਿਧਾ ਦੇ ਵਚਨ ਬੋਲੇ ਜਾਂਦੇ ਨੇ, ਨਿੰਦਿਆ ਚੁਗਲੀ ਦੇ ਵਚਨ ਬੋਲੇ ਜਾਂਦੇ ਨੇ, ਉਹ ਸਤ ਸੰਗਤ ਨਹੀਂ ਹੈ। ਇਸ ਕਰਕੇ ਸਤ ਸੰਗਤ ਦੇ ਵਿੱਚ ਜਦੋਂ ਜੀਵ ਪ੍ਰਵੇਸ਼ ਹੁੰਦਾ, ਉਸ ਨੂੰ ਨਾਮ ਦਾ ਭੇਦ ਦਿੱਤਾ ਜਾਂਦਾ ਹੈ, ਕਿਉਂਕਿ ਨਾਮ ਨਾਲੋਂ ਟੁੱਟਣ 'ਤੇ ਹੀ ਮਨ ਆਪਣੀ ਅਕਲ ਕਲਾ ਦਾ ਇਸਤੇਮਾਲ ਕਰਨਾ ਭੁੱਲ ਜਾਂਦਾ ਹੈ, ਔਰ ਮਨ ਮਾਇਆ ਦੇ ਮਤਹਿਤ ਹੋ ਕੇ ਮਾਇਆ ਦੀ ਤਿਆਰ ਕੀਤੀ ਹੋਈ ਜੀਵਨ ਦੀ ਰੂਪ ਰੇਖਾ ਦੁਆਰਾ ਜਦੋਂ ਚੱਲਦਾ ਹੈ, ਇਹਨਾਂ ਪੰਜਾਂ ਦੇ ਜਾਲ ਵਿੱਚ ਫਸ ਜਾਂਦਾ ਹੈ, ਤੇ ਇਹ ਪੰਜ ਮਨ ਨੂੰ ਧੜਿਆਂ ਦੇ ਵਿੱਚ ਵੰਡ ਕੇ ਫਿਰ ਦੁਖੀ ਕਰਦੇ ਨੇ, ਜਿਸ ਕਰਕੇ ਹੌਲੀ ਹੌਲੀ ਇਹਦਾ ਧਾਤ ਦਾ ਰਸਤਾ ਬਣਦਾ ਹੈ, ਔਰ ਮਨ ਆਪਣੇ ਮੂਲ ਦੀ ਪਛਾਣ ਨਾ ਕਰਨ ਕਰਕੇ ਵਾਰ-ਵਾਰ ਜਨਮ ਮਰਨ ਦੇ ਵਿੱਚ ਆਉਂਦਾ ਹੈ, ਜਿਸ ਦਾ ਫਰਮਾਨ ਗੁਰਬਾਣੀ ਵਿੱਚ ਸਮਝਾਉਂਦੇ ਨੇ, ਤਿਹੋ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ। ਅੱਜ ਵਾਰ-ਵਾਰ ਜਨਮ ਮਰਨ ਦੇ ਵਿੱਚ ਮਨ ਦੇ ਆਉਣ ਦਾ ਕਾਰਨ ਹੈ ਕਿ ਇਹ ਨਾਮ ਨੂੰ ਭੁੱਲ ਚੁੱਕਾ ਹੈ। ਮਨ ਦੇ ਦੁਖੀ ਹੋਣ ਦਾ ਕਾਰਨ ਹੀ ਹੈ ਕਿ ਇਹ ਨਾਮ ਨੂੰ ਭੁੱਲ ਚੁੱਕਾ ਹੈ, ਕਿਉਂਕਿ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਹੁਣ ਨਾਮ ਨੂੰ ਭੁੱਲਣਾ ਹੈ, ਨਾਮ ਦੇ ਵਿੱਚ ਸਮਾਉਣ 'ਤੇ ਹੀ ਮਨ ਨੂੰ ਖੁਰਾਕ ਮਿਲਣੀ, ਅੰਮ੍ਰਿਤ ਰਸ ਮਿਲਣਾ ਹੈ। ਜਿੰਨੀ ਦੇਰ ਤੱਕ ਇਸ ਨੂੰ ਖੁਰਾਕ ਪ੍ਰਾਪਤ ਨਹੀਂ ਹੁੰਦੀ, ਇਹ ਸੁਖੀ ਨਹੀਂ ਹੋ ਸਕਦਾ। ਹੁਣ ਨਾਮ ਨੂੰ ਭੁੱਲਾ ਹੋਣ ਕਰਕੇ ਇਸ ਨੂੰ ਖੁਰਾਕ ਨਹੀਂ ਮਿਲਦੀ, ਤੇ ਮਨ ਇਸ ਮਾਇਆ ਦੇ ਘਰ ਦੇ ਵਿੱਚ ਪਰੇਸ਼ਾਨ ਹੈ,
ਦੁਖੀ ਹੈ। ਤੇ ਕਾਰਨ ਕੀ ਹੈ ਕਿ ਨਾਮ ਨੂੰ ਟੁੱਟਾ ਹੋਇਆ ਹੈ, ਜਿਸ ਕਰਕੇ ਇਸ ਨੂੰ ਜਨਮ ਮਰਨ ਦਾ ਰੋਗ ਲੱਗਾ ਹੋਇਆ ਹੈ। ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਜਿੰਨੀ ਦੇਰ ਤੱਕ ਮਨ ਨਾਮ ਦੇ ਵਿੱਚ ਨਹੀਂ ਸਮਾਏਗਾ, ਓਨੀ ਦੇਰ ਤੱਕ ਇਸ ਨੂੰ ਅਮਰ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਗੁਰਬਾਣੀ ਦਾ ਫਰਮਾਨ ਹੈ, ਬਿਨ ਨਾਮੈ ਮੁਕਤ ਨਾ ਪਾਵੇ ਕੋਈ। ਬਿਨ ਸਤਿਗੁਰ ਕੋ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਹੁਣ ਇਹ ਵਿਧੀ ਦਾ ਵਿਧਾਨ ਹੀ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਜਦ ਤੱਕ ਮਨ ਨਾਮ ਦੇ ਵਿੱਚ ਨਹੀਂ ਸਮਾਉਂਦਾ, ਉਹਨੇ ਦੇ ਜੀਵਨ ਮੁਕਤ ਨਹੀਂ ਹੋਏਗਾ। ਹੁਣ ਨਾਮ ਦਾ ਭੇਦ ਨਾ ਹੋਣ ਕਰਕੇ ਹੀ ਮਨ ਵਾਰ-ਵਾਰ ਆਵਾਗਮਨ ਦੇ ਚੱਕਰ ਵਿੱਚ ਚੱਲ ਰਿਹਾ ਹੈ। ਹੁਣ ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਮਨ ਨੇ ਜਿਨ੍ਹਾਂ ਨੂੰ ਨਾਮ ਦਾ ਭੇਦ ਨਹੀਂ ਹੈ, ਜਿਨ੍ਹਾਂ ਦੀ ਲਿਵ ਨਾਮ ਨਾਲੋਂ ਟੁੱਟ ਚੁੱਕੀ ਹੈ, ਜਿਸ ਦੇ ਪਰਥਾਏ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਦੇ ਅੰਦਰ ਉਹ ਨਾਮ ਨਹੀਂ ਵਸਿਆ, ਨਾਮ ਪ੍ਰਗਟ ਨਹੀਂ ਹੋਇਆ, ਉਸ ਮਨ ਦੀ ਕੀ ਅਵਸਥਾ ਹੈ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤੇ ਮਾਤ ਕੀਜੇ ਹਰ ਬਾਂਝਾ। ਸੁਣੀ ਦੇ ਫਿਰੈ ਬਿਨ ਨਾਮੈ। ਨਾਮ ਤੋਂ ਬਿਨਾ ਐਸੀ ਅਵਸਥਾ ਦੇ ਵਿੱਚ ਚੱਲ ਰਿਹਾ ਹੈ। ਹੁਣ ਜਦੋਂ ਅਸੀਂ ਆਪਣੇ ਅੰਦਰ ਖੋਜ ਕਰਦੇ ਹਾਂ, ਆਪਣੇ ਆਪ ਦੀ ਪਹਿਚਾਣ ਕਰਦੇ ਹਾਂ, ਝਾਤੀ ਮਾਰਦੇ ਹਾਂ, ਤਾਂ ਵਾਕਿਆ ਹੀ ਬਹੁਤ ਸਾਰੇ ਜੀਵ ਜਿਹੜੇ ਨੇ, ਔਰ ਅਸੀਂ ਆਪ ਹੀ ਦੇਖਦੇ ਹਾਂ ਕਿ ਅਸੀਂ ਨਾਮ ਨਾਲੋਂ ਟੁੱਟੇ ਹੋਏ ਹਾਂ। ਤੇ ਜਿੰਨੀ ਦੇਰ ਤੱਕ ਨਾਮ ਦੇ ਨਾਲ ਮਨ ਨਹੀਂ ਜੁੜੇਗਾ, ਜੀਵਨ ਮੁਕਤ ਨਹੀਂ ਹੋ ਸਕੇਗਾ। ਇਸ ਵਾਸਤੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਉਸ ਨਾਮ ਦਾ ਭੇਦ ਲੈਣਾ ਹੁੰਦਾ ਹੈ। ਜਦੋਂ ਆਪਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਤੇ ਸਾਨੂੰ ਫਿਰ ਭੇਦ ਦਿੱਤਾ ਜਾਂਦਾ ਹੈ, ਸਮਝਾਇਆ ਜਾਂਦਾ ਹੈ ਕਿ ਤੁਸੀਂ ਨਾਮ ਨੂੰ ਭੁੱਲੇ ਹੋਏ ਹੋ, ਨਾਮ ਨਾਲੋਂ ਤੁਹਾਡੀ ਲਿਵ ਟੁੱਟੀ ਹੋਈ ਹੈ, ਜਿਸ ਕਰਕੇ ਤੁਸੀਂ ਆਪਣੀ ਅਕਲ ਦਾ, ਆਪਣੀ ਜੋਤ ਦਾ ਇਸਤੇਮਾਲ ਨਹੀਂ ਕਰਦੇ। ਹੁਣ ਜਦੋਂ ਮਨ ਆਪਣੀ ਜੋਤ ਦਾ ਇਸਤੇਮਾਲ ਨਹੀਂ ਕਰਦਾ, ਉਹ ਪਰਮੇਸ਼ਰ ਦੇ ਜਿਹੜੇ ਦੋ ਰੂਪ ਨੇ ਉਹਨਾਂ ਦੀ ਪਛਾਣ ਨਹੀਂ ਕਰਦਾ, ਉਹਨੂੰ ਆਉਂਦੀ ਨਹੀਂ ਹੈ। ਹੁਣ ਪਰਮਾਤਮਾ ਦੇ ਦੋ ਰੂਪ ਨੇ, ਇੱਕ ਉਹਨਾਂ ਦਾ ਸਰਗੁਣ ਰੂਪ ਹੈ, ਇੱਕ ਉਹਨਾਂ ਦਾ ਨਿਰਗੁਣ ਰੂਪ ਹੈ। ਸਰਗੁਣ, ਨਿਰਗੁਣ, ਨਿਰੰਕਾਰ। ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਮਨ ਨੇ ਸ਼ਬਦ ਨਾਲ ਜੁੜ ਕੇ, ਨਾਮ ਨਾਲ ਜੁੜ ਕੇ, ਆਪਣੀ ਜੋਤ ਦਾ ਇਸਤੇਮਾਲ ਕਰਦਿਆਂ ਹੋਇਆਂ ਪਹਿਲਾਂ ਸਰਗੁਣ ਰੂਪ ਦੀ ਪਹਿਚਾਣ ਕਰਨੀ ਹੈ। ਤੇ ਸਰਗੁਣ ਰੂਪ ਕਿਹੜਾ ਹੈ? ਇਹ ਜੋ ਅਸੀਂ ਦੇਖ ਰਹੇ ਹਾਂ, ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਜੋ ਵੀ ਦੇਖ ਰਹੇ ਹਾਂ, ਇਹ ਸਾਰਾ ਹੀ ਉਹਦਾ ਸਰਗੁਣ ਰੂਪ ਹੈ। ਲੇਕਿਨ ਅੱਜ ਨਾਮ ਨਾਲ ਟੁੱਟ ਕੇ ਜਿਹੜਾ ਮਨ ਹੈ, ਉਹ ਸਰਗੁਣ ਰੂਪ ਦੇ ਨਾਲ ਹੀ ਨਫ਼ਰਤ ਕਰ ਰਿਹਾ ਹੈ, ਨਿੰਦਿਆ ਕਰ ਰਿਹਾ ਹੈ, ਚੁਗਲੀ ਕਰ ਰਿਹਾ ਹੈ, ਈਰਖਾ ਤੇ ਦਵੈਸ਼ ਦੇ ਵਿੱਚ ਚਲਾ ਗਿਆ ਹੈ। ਉਹਨੂੰ ਪਛਾਣ ਹੀ ਨਹੀਂ ਹੈ। ਤੇ ਦੂਸਰਾ ਉਹਦਾ ਰੂਪ ਹੈ ਨਿਰਗੁਣ ਸਰੂਪ। ਨਿਰਗੁਣ ਸਰੂਪ ਹੈ ਜਿੱਥੋਂ ਇਹ ਸਵਾਸ ਦੇ ਕੇ ਇਹਨੂੰ ਖੇਲ ਖਿਲਾਇਆ ਜਾ ਰਿਹਾ ਹੈ। ਜਿੱਥੋਂ ਇਹ ਸਵਾਸ ਆ ਰਿਹਾ ਹੈ, ਇਸ ਨੂੰ ਨਿਰਗੁਣ ਸਰੂਪ ਕਹਿੰਦੇ ਨੇ। ਆਪੇ ਕਰਤਾ ਕਰ ਕਰ ਦੇਖੈ, ਦੇਂਦਾ ਸਾਸ ਗਿਰਾਹਾ ਹੈ। ਜਿੱਥੋਂ ਇਹ ਸਵਾਸ ਦਿੱਤਾ ਜਾ ਰਿਹਾ, ਇਹ ਉਹਦਾ ਨਿਰਗੁਣ ਸਰੂਪ ਹੈ। ਹੁਣ ਨਾਲ ਨਾ ਸਰਗੁਣ ਦੀ ਪਹਿਚਾਣ,
ਨਾ ਨਿਰਗੁਣ ਦੀ ਪਹਿਚਾਨ ਹੈ। ਕਾਰਨ ਕੀ ਹੈ ਕਿ ਮਨ ਦੀ ਲਿਵ ਨਾਮ ਨਾਲੋਂ ਟੁੱਟ ਗਈ, ਜਿਸ ਕਰਕੇ ਮਨ ਮਾਇਆ ਦੇ ਘਰ ਦੇ ਵਿੱਚ ਚੱਲਦਾ ਪਿਆ ਹੈ ਤੇ ਆਪਣੀ ਅਕਲ ਦਾ, ਆਪਣੀ ਜੋਤ ਦਾ ਇਸਤੇਮਾਲ ਨਹੀਂ ਕਰਦਾ ਪਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ, ਨਾਮੋ ਭੁੱਲੀ ਜੇ ਫਿਰਾਂ, ਫਿਰ ਆਉਂ ਜਾਉਂ। ਕਿ ਜੇ ਤੁਸੀਂ ਹੁਣ ਨਾਮ ਨੂੰ ਭੁੱਲ ਗਏ ਹੋ ਇਸ ਮਾਇਆ ਦੇ ਘਰ ਦੇ ਵਿੱਚ ਆ ਕੇ, ਤਾਂ ਕਿਸੇ ਨੂੰ ਪੁੱਛ ਲਓ, ਕਿਸੇ ਦੇ ਕੋਲੋਂ ਭੇਦ ਲੈ ਲਓ। ਤੇ ਜਦੋਂ ਦੇ ਅਸੀਂ ਚੱਲੇ ਹਾਂ ਸਤਯੁਗ, ਤ੍ਰੇਤਾ ਤੇ ਦੁਆਪਰ, ਲੰਮਾ ਸਮਾਂ ਹੋਇਆ ਹੈ। ਵੇਦਾਂ ਦੇ ਵਿੱਚ ਨਾਮ ਦੀ ਮਹਿਮਾ ਤਾਂ ਕੀਤੀ ਗਈ, ਲੇਕਿਨ ਉਹਦੇ ਵਿੱਚੋਂ ਜੀਵਾਂ ਨੇ ਨਾਮ ਨੂੰ ਨਹੀਂ ਬੁੱਝਿਆ ਤੇ ਕਮਲਿਆਂ ਦੀ ਤਰ੍ਹਾਂ ਦੌੜੇ ਰਹੇ, ਫਿਰਦੇ ਰਹੇ, ਭੱਜਦੇ ਰਹੇ। ਬਾਣੀ ਦਾ ਫਰਮਾਨ ਹੈ, ਵੇਦਾਂ ਮੇਂ ਨਾਮ ਉਤਮ, ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਬੇਤਾਲਿਆਂ ਦੀ ਤਾਂ ਕਮਲਿਆਂ ਦੀ ਤਰ੍ਹਾਂ ਜਿਵੇਂ ਜਿਵੇਂ ਮਾਇਆ ਨਚਾਈ ਗਈ, ਤਿਵੇਂ ਤਿਵੇਂ ਭੱਜਦੇ ਰਹੇ, ਦੌੜ ਰਹੇ, ਭੱਜ ਰਹੇ, ਭੇਦ ਨਹੀਂ ਲੱਗਾ। ਸਿਰਫ ਕਿੱਥੋਂ ਤੱਕ ਸੀਮਤ ਰਹਿ ਗਏ, ਪਾਪ ਤੇ ਪੁੰਨ ਤੱਕ। ਐਸੀ ਅਵਸਥਾ ਦੇ ਵਿੱਚ ਵਿਚਰਨ ਲੱਗ ਗਏ। ਸਿਮਰਤ ਸਾਸਤਰ ਪਾਪ ਪੁੰਨ ਵਿਚਾਰਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆਂ ਰਹਿਣ ਵਿਹਾਣੀ। ਤਿੰਨਾਂ ਗੁਣਾਂ ਦੇ ਵਿੱਚ ਚੱਲਦੇ ਰਹੇ। ਉਹ ਜਿਹੜਾ ਹਰ ਤੱਤ ਸੀ, ਨਾਮ ਸੀ, ਉਹਦਾ ਭੇਦ ਨਹੀਂ ਲਿਆ। ਕਿਉਂਕਿ ਸਾਰਾ ਖੇਲ ਜਿਹੜਾ ਚੱਲ ਰਿਹਾ ਹੈ, ਇਸ ਮਾਇਆ ਦੇ ਘਰ ਦੇ ਵਿੱਚ ਮਨ ਨੂੰ ਜਿੱਥੇ ਭੇਜਿਆ ਗਿਆ, ਜਿਸ ਦੇ ਪਰਥਾਏ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਤਿਹੋ ਗੁਣ ਮੈਂ ਕੀਨੋ ਵਿਸਥਾਰ, ਆਲ ਜਾਲ ਮਾਇਆ ਜੰਜਾਲ। ਜਿਸ ਵਿੱਚ ਵਿਚਰ ਰਹੇ ਹਾਂ, ਇਸ ਵਿੱਚ ਕੀ ਚੱਲ ਰਿਹਾ ਹੈ? ਪਾਪ ਪੁੰਨ ਤਾਂ ਪਈ ਕਹਾਵਤ, ਕੋਈ ਨਰਕ ਕੋਈ ਸੁਰਗ ਬੰਸ਼ਾਵਤ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਪਾਲ। ਦੁੱਖ ਸੁਖ ਮਾਨ ਅਪਮਾਨ। ਹੁਣ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਮਾਇਆ ਦੇ ਘਰ ਦੇ ਵਿੱਚ ਵਿਚਰ ਰਹੇ, ਨਾਮ ਦੀ ਖੋਜ ਨਹੀਂ ਕੀਤੀ, ਨਾਮ ਦੇ ਵਿੱਚ ਨਹੀਂ ਸਮਾਏ, ਨਾਮ ਦਾ ਭੇਦ ਨਹੀਂ ਲਿਆ। ਇਸ ਕਰਕੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਤੇ ਮਹਾਰਾਜ ਕਹਿੰਦੇ ਤੁਸੀਂ ਭੁੱਲੇ ਹੋਏ ਹੋ। ਨਾਮੋਂ ਭੁੱਲੀ ਜੇ ਫਿਰਾਂ, ਤੁਸੀਂ ਨਾਮ ਨੂੰ ਭੁੱਲ ਗਏ। ਫਿਰ ਆਉਂ ਜਾਉਂ, ਜਾਏ ਪੁੱਛੋ ਪਦਊਆਂ। ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ, ਦਰ ਘਰ ਠਾਕ ਨਾ ਹੋਏ। ਆਉਂਦੇ ਜੇ ਭੁੱਲ ਗਏ ਹੋ ਤੇ ਐਸ ਮਾਇਆ ਦੇ ਘਰ ਦੇ ਵਿੱਚ, ਐਸ ਕਾਲ ਦੇ ਦੇਸ਼ ਦੇ ਵਿੱਚ ਮੇਰੇ ਨੌਕਰ ਵਿੱਚ ਵਿਚਰਦੇ ਪਏ ਨੇ, ਜਿਨ੍ਹਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ। ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ, ਜਾਏ ਪੁੱਛੋ ਪਦਊਆਂ। ਵੀ ਉਹ ਜਿਹੜਾ ਨੌਕਰ ਹੈ, ਉਹਦਾ ਆਉਣਾ ਜਾਣਾ ਬਣਿਆ ਹੋਇਆ ਹੈ ਘਰ ਦੇ ਵਿੱਚ। ਉਹਨਾਂ ਨੂੰ ਜਾ ਕੇ ਪੁੱਛ ਸਕਦੇ ਹੋ ਕਿ ਮੈਂ ਨਾਮ ਨਾਲੋਂ ਟੁੱਟ ਗਿਆ, ਕਿਵੇਂ ਪ੍ਰਗਟ ਹੋਏਗਾ। ਤੇ ਕਲਯੁਗ ਦੇ ਵਿੱਚ ਫਿਰ ਗੁਰੂ ਨਾਨਕ ਦਾ ਜਿਹੜਾ ਘਰ ਹੈ, ਉਸ ਨੇ ਨਾਮ ਦਾ ਭੇਦ ਆਪਾਂ ਨੂੰ ਦਿੱਤਾ ਹੈ। ਕਿ ਜੇ ਅਸੀਂ ਇੱਥੇ ਆ ਕੇ ਭੁੱਲ ਗਏ ਹਾਂ, ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਹਨਾਂ ਗੁਰਮੁਖਾਂ ਦੇ ਕੋਲ ਜਾ ਕੇ ਪੁੱਛਣਾ ਹੁੰਦਾ ਹੈ। ਕਿਉਂਕਿ ਜਿੱਥੇ ਅਸੀਂ ਵਿਚਰ ਰਹੇ ਹਾਂ, ਇਹਨੂੰ ਪਰਦੇਸ ਕਹਿੰਦੇ ਨੇ। ਮਨ ਪਰਦੇਸੀ ਆਇਆ, ਮਿਲਿਓ ਸਾਧ ਕੇ ਸੰਗ।
जिस वखर को चाहता पाया नामे रंग। हुण मन की तृष्णा खत्म होनी है जदों उसनूं खुराक उसकी मिल गई अमृत रस। तो वह तां प्राप्त होना है कि जे वह नाम दे विच समाएगा, तो नाम का उसनूं भेद आउणा है जे उस संगत विच आएगा। नहीं तो अज बहुत सारे जीव दौड़ रहे ने, भज रहे ने। की देखते हैं आपां, कोई कितों नाम लैण वास्ते दौड़दा है, कोई कितों नाम लैण वास्ते दौड़दा है। बहुत सारे जिहड़े जीव ने अज भज नस करते पे ने और नाम लैके दसदे ने कि असीं तां फलानी जगह तो नाम लैके आए हाँ। कोई आंदा मैं उत्थों नाम लैके आया होया हाँ। तो जदों असीं बैठ के गुरु दे नाल विचार करते हाँ तो हमारे सच्चे पातशाह बचन करते हैं, आंदे जिथों वो नाम लैके आए ने नाम तो उथे है ही नहीं है। इस जग में नाम अलभ है, गुरमुख वसे मन आए। तो सच्चे पातशाह वो की लैके आए ने, जिस अज आप देखने हाँ कोई जीव नाम लैण वास्ते जाता है क्योंकि मैं तो नाम लिया होया है। तो असीं विचार करते हैं महाराज भी नाम उथे नहीं है तो की लैके आए ने। वो जो लैके आए ने वो साडी ही भाषा का कोई ना कोई शब्द है। ते अपनी जिहड़ी भाषा है ये पौण पाणी बसंतर की भाषा हुंदी है, ये अखरां की भाषा है। तो जिहड़ा ये शब्द लैके आए ने वो इस भाषा दे विच है, लेकिन जो नाम है वो अखरां दे विच नहीं आउंदा, वो लिखण पढ़न दे विच नहीं आउंदा, वो पौण पाणी बसंतर तो अगे है। ते महाराज फरमाउंदे ने पौण पाणी अग्नि बिसराओ तह नरंजन सच्चा नाम। जिहड़ा वो सच्चा नाम है जिस नालों साडी लिव टुटी हुई है, वो नाम पौण पाणी बसंतर तो अगले पासे है, परे है। और वो जिहड़ा नाम है वो लिखण पढ़न दे विच नहीं आउंदा। उस नाम दा कोई रूप रंग रेख पेख नहीं है। वो नाम परमेश्वर परमात्मा दे मुख दे विचों उचारण हो रहा एक शब्द है, वो एक धुन है, उहदा कोई रूप रंग रेख पेख नहीं है। ते मारे समझाउंदे तिस रूप ना रेख अनाहद वाजे शब्द निरंजन किया। वो शब्द जिहड़ा है वो निरंजन दे मुख विचों प्रगट हो रहा है। उहदे मुख दे विचों जिहड़ा आवाज़ प्रगट हो रही है वो धुन बाणी है, धुनां दे रूप दे विच है। उहदा कोई रूप रंग रेख पेख नहीं है। ते मारे सच्चे पातशाह फिर उपदेश करते हैं कि उन्हां दे मुख दे विचों जो प्रगट हो रहा तेरा मुख सुहावा जियो सहज धुन बाणी। उन्हां दे मुख दे विचों जो प्रगट हो रही आवाज़ है वो धुन है। उस धुन तो ही सारा संसार प्रगट होया है, जिस दे परथाए जपजी साहब की बाणी विच आपां पढ़दे हां। कीता पसाओ एको कवाओ। ਉਹਦੇ एक कवाउण दे नाल ही ये सारा पसारा होया है। सारा पसारा ही एक शब्द तो होया है, ते वो जिहड़ा शब्द है वो पार ब्रह्म दे मुख विचों प्रगट हो रहा है। वो सच दे विचों आवाज़ प्रगट हो रही है। वो सच दे मुख की आवाज़ उसनूं कह दिता है। ते जिथे जाके ये जीव नाम प्राप्त कर रहा है वो सच्चे पातशाह कहंदे इस भाषा का शब्द है। इस वास्ते महाराज सच्चे पातशाह समझाउंदे कि जदों असीं गुरबाणी दे नाल विचार करते हाँ
गुरबाणी इस जग में चानण, करम वसे मन आए। ਜਦੋਂ ਅਸੀਂ ਗੁਰਬਾਣੀ ਦੇ ਨਾਲ ਵਿਚਾਰ ਕਰਦੇ ਹਾਂ ਤੇ ਸਾਨੂੰ ਫਿਰ ਭੇਦ ਖੁੱਲ੍ਹਦਾ ਹੈ। ਗੁਰਬਾਣੀ ਵਰਤੀ ਇਸ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਗੁਰੂ ਦੇ ਨਾਲ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਨਾਲ ਖੋਜ ਕਰਦੇ ਹਾਂ, ਤੇ ਸਾਨੂੰ ਭੇਦ ਖੁੱਲ੍ਹਦਾ ਹੈ ਕਿ ਜਿਸ ਨਾਮ ਨਾਲੋਂ ਅਸੀਂ ਟੁੱਟੇ ਹੋਏ ਹਾਂ, ਉਹ ਨਾਮ ਬਾਹਰੋਂ ਨਹੀਂ ਕੋਈ ਸਾਨੂੰ ਦੇ ਸਕਦਾ, ਉਹ ਨਾਮ ਸਾਡੇ ਅੰਦਰ ਹੈ। ਤੇ ਮਾਰੇ ਸੱਚੇ ਪਾਤਸ਼ਾਹ ਮੋਹਰ ਲਾਉਂਦੇ ਨੇ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਜਦੋਂ ਸੰਸਾਰ ਵਿੱਚ ਅਸੀਂ ਪ੍ਰਵੇਸ਼ ਹੋਏ, ਉਦੋਂ ਤੋਂ ਸਾਡੀ ਨਾਮ ਨਾਲੋਂ ਲਿਵ ਟੁੱਟ ਗਈ ਔਰ ਨਾਮ ਅੰਦਰ ਗੁਪਤ ਹੋ ਗਿਆ ਹੈ। ਜਿੱਥੇ ਅੰਦਰ ਉਹ ਨਾਮ ਗੁਪਤ ਹੋ ਗਿਆ, ਉਸ ਨੂੰ ਸੁੰਨ ਦਾ ਨਾਂ ਦੇ ਦਿੱਤਾ ਹੈ, ਉਸ ਨੂੰ 10ਵੇਂ ਦੁਆਰ ਦਾ ਨਾਂ ਦੇ ਦਿੱਤਾ ਹੈ ਤੇ ਸਮਝਾ ਦਿੱਤਾ ਹੈ, ਸੁੰਨ ਸਮਾਦ ਅਨਹਤ ਤਹਿ ਨਾਦ, ਕਹਿਨ ਨਾ ਜਾਏ ਆਚਰਜ ਬਿਸਮਾਤ। ਕਿ ਉਹ ਨਾਮ ਸੁੰਨ ਵਿੱਚ ਹੈ। ਤੁਸੀਂ ਉਸ ਨਾਮ ਨੂੰ ਇਸ ਮਾਇਆ ਦੇ ਘਰ ਦੇ ਵਿੱਚ ਲੱਭ ਰਹੇ ਹੋ ਤੇ ਇਸ ਮਾਇਆ ਦੇ ਘਰ ਦੇ ਵਿੱਚ ਤੁਸੀਂ ਵਿਚਰ ਰਹੇ ਹੋ। ਇੱਥੋਂ ਉਹ ਨਾਮ ਤੁਹਾਨੂੰ ਨਹੀਂ ਮਿਲੇਗਾ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਤੇ ਕਿੰਨਾ ਲੰਮਾ ਸਮਾਂ ਬੀਤ ਗਿਆ ਹੈ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਦੋਂ ਸੰਸਾਰ ਵਿੱਚ ਵਿਚਰੇ ਤੇ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਜੀਵ ਜਿਹੜੇ ਨੇ, ਉਹਨਾਂ ਨੂੰ ਨਾਮ ਦਾ ਭੇਦ ਹੀ ਨਹੀਂ ਆਇਆ। ਚਾਰ ਪੁਕਾਰੇ ਨਾ ਤੂੰ ਮਾਨੇ, ਖਟ ਪੀ ਏਕਾ ਬਾਤ ਬਖਾਨੇ, 10 ਅਸਤੀ ਮਿਲ ਏਕੋ ਕਹਿਆ, ਤਉ ਪੀ ਜੋਗੀ ਭੇਦ ਨਾ ਲਹਿਆ। ਕਿਸ ਚੀਜ਼ ਦਾ? ਕਿੰਕਰੀ ਅਨੂਪ ਵਾਜੈ, ਜੋਗੀਆ ਮਤ ਵਾਰੋ ਰੇ। ਜਿਹੜਾ ਉਹ ਕਿੰਕਰੀ ਸ਼ਬਦ, ਜਿਸ ਸ਼ਬਦ ਦੇ ਨਾਲ ਮਾਤਾ ਦੇ ਉਦਰ ਦੇ ਵਿੱਚ ਸਾਡੀ ਲਗਾਤਾਰ ਲੰਮਾ ਸਮਾਂ ਲਿਵ ਜੁੜੀ ਰਹੀ ਤੇ ਸੰਸਾਰ ਵਿੱਚ ਪ੍ਰਵੇਸ਼ ਹੋਣ ਤੇ ਟੁੱਟ ਗਈ, ਉਸ ਨਾਮ ਦਾ ਭੇਦ ਨਹੀਂ ਆਇਆ ਕਿਸੇ ਨੂੰ। ਬਿਨ ਜਿਹਵਾ ਜੋ ਜਪੇ ਹਿਆਏ, ਕੋਈ ਜਾਣੇ ਕੈਸਾ ਨਾਉ। ਉਹ ਨਾਮ ਜਿਹੜਾ ਹੈ, ਉਸ ਨੂੰ ਜਪਿਆ ਨਹੀਂ ਜਾ ਸਕਦਾ। ਉਹ ਨਾਮ ਗੁਪਤ ਹੈ ਅੰਦਰ ਸੁੰਨ ਵਿੱਚ। ਤੇ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਵਿਚਾਰ ਕੀਤੀ, ਹੋਰ ਖੋਲ ਕੇ ਸਮਝਾਉਂਦੇ ਨੇ ਇਸ ਕਾਇਆ ਦੇ ਅੰਦਰ। ਤੇ ਕੀ ਦੱਸ ਰਹੇ ਨੇ ਮਹਾਰਾਜ? ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ, ਹਾਟ ਪਟਣ ਬਜ਼ਾਰਾ, ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਸਰਬਨਾ ਕਰੇ ਪ੍ਰਿਤਪਾਲਾ। 8 ਪੈਰੀ 8 ਖੰਡ, 9ਵਾਂ ਖੰਡ ਸਰੀਰ, ਤਿਸ ਵਿੱਚ 9 ਨਿਧ ਨਾਮ, ਇੱਕ ਭਾਲੇ ਗੁਣੀ ਗਹੀਰ। ਉਹਦੇ ਨਾਮ ਦਾ ਅੰਦਰ ਗੁਪਤ ਹੈ ਤੇ ਤੁਸੀਂ ਬਾਹਰ ਕਿੱਥੇ ਚਲੇ ਗਏ ਹੋ? ਤੇ ਕਿੱਥੇ ਗੁਪਤ ਕੀਤਾ ਹੋਇਆ ਹੈ? ਇਸ ਕਾਇਆ ਦੇ ਅੰਦਰ। ਸੁਨ ਉਸ ਨੂੰ ਕਹਿ ਦਿੱਤਾ ਹੈ। ਸੁਨ ਸਮਾਦ ਅਨਹਦ ਤੈਨਾਦ, ਕਹਿ ਨਾ ਜਾਏ ਆਚਰਜ ਬਿਸਮਾਤ। ਤੇ ਕਹਿਣ ਲੱਗੇ, ਸੁਨ ਉਹ ਥਾਂ ਹੈ ਜਿੱਥੇ ਆਪ ਬੈਠਾ ਹੋਇਆ ਹੈ, ਜਿੱਥੇ ਉਹ ਮਾਲਕ ਸੱਚ ਨਿਰੰਕਾਰ ਆਪ ਬੈਠੇ ਨੇ, ਉਸ ਅਸਥਾਨ ਨੂੰ ਸੁਨ ਕਹਿੰਦੇ ਨੇ। ਤੇ ਜਿੱਥੇ ਉਹ ਆਪ ਬੈਠਾ ਹੈ, ਉੱਥੇ ਹੀ ਨਾਮ ਚੱਲ ਰਿਹਾ ਹੈ। ਤੇ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਸੁਨ ਸਮਾਦ ਗੁਫਾ ਤਹਿ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਕਿ ਜਿੱਥੇ ਉਹ ਬੈਠੇ ਨੇ ਉੱਥੇ ਜਾਓਗੇ ਤਾਂ ਹੀ ਤੁਹਾਨੂੰ ਨਾਮ ਪ੍ਰਾਪਤ ਹੋ ਸਕਦਾ ਹੈ।
ਉਹ ਨਾਮ ਪੂਰੇ ਸਤਿਗੁਰ ਦੇ ਕੋਲ ਹੈ ਤੇ ਪੂਰੇ ਸਤਿਗੁਰ ਦੇ ਕੋਲ ਜਾ ਕੇ ਤੁਹਾਨੂੰ ਪ੍ਰਾਪਤ ਹੋਏਗਾ। ਤੁਸੀਂ ਮਾਇਆ ਦੇ ਘਰ ਵਿੱਚ ਬੈਠੇ ਹੋਏ ਹੋ ਤੇ ਤੁਹਾਨੂੰ ਉਹ ਨਾਮ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣ ਲੱਗੇ, ਵਾਹਿਗੁਰੂ 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 ਵਾਹਿਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣ ਲੱਗੇ ਕਿ ਜਿੱਥੇ ਉਹ ਆਪ ਬੈਠੇ ਹੋਏ ਨੇ ਉੱਥੇ ਹੀ ਨਾਮ ਹੈ। ਨਾਮ ਪੂਰੇ ਸਤਿਗੁਰੂ ਦੇ ਕੋਲ ਹੈ ਤੇ ਤੁਸੀਂ ਉਹਦੀ ਸ਼ਰਨ ਵਿੱਚ ਜਾਓਗੇ ਤਾਂ ਪ੍ਰਾਪਤ ਕਰ ਸਕਦੇ ਹੋ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ, ਕੜ ਰਤਨ ਦੇਵੇ ਪ੍ਰਗਾਸ। ਤੁਸੀਂ ਉਹ ਸਤਿਗੁਰ ਦੀ ਸੇਵਾ ਤੇ ਲੱਗੋਗੇ ਤਾਂ ਤੁਹਾਨੂੰ ਉਹ ਨਾਮ ਬਖਸ਼ਿਸ਼ ਕਰ ਦੇਗਾ। ਤੇ ਸੱਚੇ ਪਾਤਸ਼ਾਹ ਅਸੀਂ ਸੇਵਾ ਤਾਂ ਕਰਦੇ ਹਾਂ, ਲੇਕਿਨ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਸੇਵਾ ਕਰਦੇ ਹੋ ਮਾਇਆ ਦੀ। ਤੁਹਾਨੂੰ ਸਵਾਸ ਦੇ ਰਿਹਾ ਹੈ ਪਰਮਾਤਮਾ ਨਿਰੰਕਾਰ। ਇਸ ਸਵਾਸ ਨੂੰ ਤੁਸੀਂ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣਾ ਹੈ, ਲੇਕਿਨ ਤੁਸੀਂ ਇਸ ਸਵਾਸ ਨੂੰ ਇਹਨਾਂ ਪੰਜਾਂ ਚੋਰਾਂ ਦੇ ਨਾਲ ਰਲ ਕੇ ਇਸ ਮਾਇਆ ਦੇ ਘਰ ਦੇ ਵਿੱਚ ਖਰਚ ਕਰਾ ਰਹੇ ਹੋ। ਤੁਸੀਂ ਮਾਇਆ ਦੀ ਸੇਵਾ ਕਰ ਰਹੇ ਹੋ, ਤੁਸੀਂ ਹਰੀ ਦੀ ਸੇਵਾ ਨਹੀਂ ਕਰਦੇ, ਪਰਮਾਤਮਾ ਦੀ ਸੇਵਾ ਨਹੀਂ ਕਰਦੇ। ਤੇ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਆਂਦੇ ਹਰ ਕੀ ਤੁਮ ਸੇਵਾ ਕਰੋ, ਹੋਰ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਮਨ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਤੁਸੀਂ ਤਾਂ ਸਾਰੇ ਸਵਾਸ ਹੀ ਮਾਇਆ ਦੇ ਘਰ ਦੇ ਵਿੱਚ ਖਰਚ ਕਰਦੇ ਹੋ, ਤੁਸੀਂ ਮਾਇਆ ਦੀ ਸੇਵਾ ਕਰ ਰਹੇ ਹੋ। ਠਾਕਰ ਛੋੜ ਦਾਸੀ ਕੋ ਸਿਮਰੇ। ਹੁਣ ਸਾਰਾ ਦਿਨ ਕੀ ਚਿਤਵਦੇ ਰਹਿੰਦੇ ਹਨ, ਅੰਦਰ ਫੁਰਨੇ ਚੱਲਦੇ ਰਹਿੰਦੇ ਨੇ, ਵਿਚਾਰ ਚੱਲਦੇ ਰਹਿੰਦੇ ਨੇ। ਠਾਕਰ ਛੋੜ ਦਾਸੀ ਕੋ ਸਿਮਰੇ, ਮਨਮੁਖ ਅੰਧ ਅਗਿਆਨਾ। ਹਰ ਕੀ ਭਗਤ ਕਰੇ ਤੇ ਨਿੰਦੇ, ਨਿਗੁਰਾ ਪਸ਼ੂ ਸਮਾਨਾ। ਤੁਹਾਡੀ ਬਿਰਤੀ ਐਸੀ ਹੋ ਗਈ ਹੈ ਕਿ ਸਵਾਸ ਪਰਮੇਸ਼ਰ ਦੇ ਰਿਹਾ ਤੇ ਸੇਵਾ ਮਾਇਆ ਦੀ ਕਰ ਰਹੇ ਹੋ, ਤੇ ਉਹਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ। ਜੋ ਤੁਸੀਂ ਸਵਾਸ ਖਰਚ ਕਰ ਰਹੇ ਹੋ, ਇਹ ਸਵਾਸ ਮਾਇਆ ਦੇ ਘਰ ਵਿੱਚ ਖਰਚ ਹੋ ਰਹੇ ਨੇ, ਉਹ ਤੁਹਾਨੂੰ ਕੁਝ ਦੇ ਵੀ ਨਹੀਂ ਸਕਦੀ। ਉਹਨੇ ਉਹੋ ਹੀ ਦੇਣਾ ਹੈ ਜੋ ਮਾਲਕ ਹੁਕਮ ਕਰੇਗਾ, ਉਹ ਤਾਂ ਤੁਹਾਡੀ ਦਾਸੀ ਹੈ। ਉਲਟਾ ਇਹ ਜਿਹੜੇ ਸਵਾਸ ਇੱਥੇ ਖਰਚ ਹੋ ਗਏ ਰਜੋ ਗੁਣ ਤੇ ਤਮੋ ਗੁਣ ਤੇ, ਇਹਨਾਂ ਦਾ ਉਲਟਾ ਤੁਹਾਨੂੰ ਹਿਸਾਬ ਦੇਣਾ ਪਏਗਾ। ਇਸ ਕਰਕੇ ਸਮਝਾਉਂਦੇ ਨੇ, ਕੀ ਬਚਨ ਕਰ ਲਗੇ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜੇ ਸਾਹਿਬ ਦੇ ਘਰ ਵੱਤ ਹੋਵੇ ਤਾਂ ਨਫਰਿਆ ਥਾਵੇ, ਅਣਹੋਂਦੀ ਕਿੱਥੋਂ ਪਾਏ। ਜਿਸ ਦੀ ਸੇਵਾ ਕੀਤਿਆਂ ਲੇਖਾ ਮੰਗੀਐ, ਸੋ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਗੁਰ ਸਫਲ ਮੂਰਤ ਕੀ, ਜਾਂ ਲੇਖਾ ਨਾ ਮੰਗੇ ਕੋਈ। ਆਂਦੇ ਤੁਹਾਨੂੰ ਸਵਾਸ ਦੇ ਰਹੇ ਹਾਂ, ਜੇ ਨਾਮ ਪ੍ਰਾਪਤ ਕਰਨਾ ਤੇ ਇਹ ਜਿਹੜੇ ਸਵਾਸ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਪੈਣਗੇ, ਫਿਰ ਉਥੋਂ ਤੁਹਾਨੂੰ ਨਾਮ ਪ੍ਰਾਪਤ ਹੋਏਗਾ। ਤੇ ਜਿਸ ਨੂੰ ਨਾਮ ਬਖਸ਼ਿਸ਼ ਹੋ ਗਿਆ ਉਹ ਜੀਵਨ ਮੁਕਤ ਹੋ ਜਾਏਗਾ। ਹੁਣ ਕਿਸ ਤਰ੍ਹਾਂ ਵਿਚਰਨਾ ਹੈ, ਫਿਰ ਗੁਰੂ ਸਮਝਾਉਂਦਾ ਹੈ। ਉਹਦੇ ਜਿਸ ਤਰ੍ਹਾਂ ਤੁਸੀਂ ਦੁਕਾਨ ਤੇ ਜਾਂਦੇ ਹੋ, ਉੱਥੇ ਪੈਸੇ ਦਿੰਦੇ ਹੋ, ਸੌਦਾ ਮਿਲਦਾ ਹੈ।
ਇਸੇ ਤਰ੍ਹਾਂ ਜਿਹੜਾ ਨਾਮ ਹੈ ਉਹ ਹਰੀ ਦਾ ਹੱਟ ਹੈ, ਹਰੀ ਦੇ ਕੋਲ ਹੈ। ਤੇ ਹਰੀ ਦੇ ਹੱਟ ਤੇ ਇਹ ਸਵਾਸ ਜਮਾ ਕਰਾਓਗੇ ਤਾਂ ਸੌਦਾ ਮਿਲ ਜਾਏਗਾ। ਤੇ ਸਮਝਾਉਣ ਲੱਗੇ, ਗੁਰਬਾਣੀ ਵਿੱਚ ਉਦਾਹਰਨ ਦਿੱਤੀ, ਬਿਨ ਦਾਮ ਕੇ ਸੌਦਾ ਨਹੀਂ ਹਾਟ, ਬਿਨ ਬੇੜੀ ਸਾਗਰ ਨਹੀਂ ਬਾਟ, ਬਿਨ ਸਤਿਗੁਰ ਸੇਵੇ ਘਾਟੋ ਘਾਟ। ਤੇ ਤੁਹਾਨੂੰ ਕਿੰਨਾ ਘਾਟਾ ਪੈ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕਿੰਨੇ ਸਵਾਸ ਮਾਇਆ ਦੇ ਘਰ ਦੇ ਵਿੱਚ ਖਰਚ ਕਰ ਦਿੱਤੇ, ਕਿੰਨਾ ਘਾਟਾ ਪੈ ਗਿਆ। ਇਹਨਾਂ ਸਵਾਸਾਂ ਦੇ ਬਦਲੇ ਨਾਮ ਰਤਨ ਪ੍ਰਾਪਤ ਕਰਨਾ ਸੀ, ਤੁਸੀਂ ਇਹਨਾਂ ਨੂੰ ਇੱਥੇ ਖਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਸਵਾਸਾਂ ਨੂੰ ਬਚਾਉਣਾ ਸ਼ੁਰੂ ਕਰੋ। ਜਦੋਂ ਇਹ ਸਵਾਸਾਂ ਦਾ ਧਨ ਹੈ, ਇਹਨੂੰ ਹਰੀ ਦੇ ਹੱਟ ਤੇ ਜਮ੍ਹਾਂ ਕਰਾਓਗੇ। ਹਰੀ ਦਾ ਹੱਟ ਹੈ ਜਿੱਥੇ ਬੈਠਾ ਹੋਇਆ ਹੈ ਮਾਲਕ। ਹਰ ਮੰਦਰ ਹਰ ਕਾ ਹਾਟ ਹੈ, ਰਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ, ਗੁਰਮੁਖ ਲੈਣ ਸਵਾਰ। ਉਸ ਹਰੀ ਦੇ ਹੱਟ ਤੇ ਇਹ ਤੁਹਾਨੂੰ ਧਨ ਜਮ੍ਹਾਂ ਕਰਾਉਣਾ ਪਏਗਾ, ਸਵਾਸ ਜਮ੍ਹਾਂ ਕਰਾਉਣੇ ਪੈਣਗੇ। ਕਿਸ ਤਰ੍ਹਾਂ ਜਮ੍ਹਾਂ ਕਰਾਉਣੇ ਨੇ? ਉਹਦੇ ਜਦੋਂ ਇਹ ਸਵਾਸ ਆਇਆ, ਇਹਦੇ ਵਿੱਚ ਕੋਈ ਵਿਚਾਰ ਨਹੀਂ ਆਉਣਾ ਚਾਹੀਦਾ, ਫੁਰਨਾ ਨਹੀਂ ਆਉਣਾ ਚਾਹੀਦਾ। ਜੇ ਸਵਾਸ ਲਿਆ ਤੇ ਨਿੰਦਿਆ ਦਾ ਫੁਰਨਾ ਆ ਗਿਆ, ਚੁਗਲੀ ਦਾ ਆ ਗਿਆ, ਈਰਖਾ ਦਾ ਆ ਗਿਆ, ਨਫ਼ਰਤ ਦਾ ਆ ਗਿਆ, ਕੋਈ ਹੋਰ ਵਿਚਾਰ ਆ ਗਿਆ, ਉਹ ਤੁਹਾਡਾ ਸਵਾਸ ਖਰਚਿਆ ਗਿਆ। ਜੇ ਤੁਸੀਂ ਕਿਸੇ ਨਾਲ ਨਿੰਦਿਆ ਚੁਗਲੀ ਤੇ ਸਵਾਸ ਖਰਚ ਕਰ ਦਿੱਤੇ, ਉਹਦਾ ਲੇਖਾ ਦੇਣਾ ਪਏਗਾ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਕੋਰ ਪਵਨ। ਜੇ ਕਿਸੇ ਨਾਲ ਦੁਬਦਾ ਦਾ ਵਿਚਾਰ ਆ ਗਿਆ, ਦੁਬਦਾ ਮਾਰੇ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹਦੀ ਨਹੀਂ ਛੁੱਟੇਗੀ ਉਹਨੂੰ ਵੀ ਸਜ਼ਾ ਮਿਲੇਗੀ। ਜਿਸ ਨਰਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ। ਤੇ ਜੇ ਵਿਚਾਰ ਲੈ ਕੇ ਹਉਮੈ ਦੇ ਵਿੱਚ ਚਲੇ ਗਏ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਚੰਗੀ ਨਹੀਂ ਲੱਗਦੀ ਉਸ ਨੂੰ। ਹਰ ਜੀ ਉਹ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵਣੇ। ਤੇ ਕਰਨਾ ਕੀ ਹੈ? ਇਹ ਸਵਾਸ ਦਿੱਤਾ, ਲੋਕ ਲੱਜਿਆ ਤੋਂ ਉੱਪਰ ਉੱਠ ਕੇ ਉਹਦੀ ਸੇਵਾ ਕਰਨੀ। ਇਹ ਸਵਾਸ ਜਮ੍ਹਾਂ ਕਰਾਉਣਾ ਹੈ। ਤੇ ਕੀ ਕਰਨਾ ਹੈ? ਉਹਦੇ ਸਿਮਰਨ ਕਰਨਾ, ਨਾਮ ਜਪਣਾ ਹੈ। ਐਸੀ ਅਵਸਥਾ ਦੇ ਵਿੱਚ ਵਿਚਰਨਾ ਜੈਸੇ ਭੂਖੇ ਖਾਵਤ ਲਾਜ ਨਾ ਆਵੇ, ਤਿਉ ਹਰ ਜਨ ਹਰ ਗੁਣ ਗਾਵੇ। ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਾਹ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਕਿ ਜੇ ਇਹ ਧਨ ਜਮ੍ਹਾਂ ਹੋ ਜਾਏਗਾ ਤੇ ਤੁਹਾਨੂੰ ਮਾਲਕ ਨਾਮ ਬਖਸ਼ਿਸ਼ ਕਰ ਦੇਗਾ। ਤੇ ਜਦੋਂ ਇਹ ਨਾਮ ਬਖਸ਼ਿਸ਼ ਹੋ ਗਿਆ ਤੇ ਤੁਹਾਡਾ ਜੀਵਨ ਹੀ ਸਫਲ ਹੋ ਜਾਏਗਾ। ਇਹ ਤੁਹਾਡਾ ਆਪਣਾ ਕੰਮ ਹੈ। ਤੇ ਇਸ ਕੰਮ ਦੇ ਵਿੱਚ ਜਰਾ ਵੀ ਢਿੱਲ ਨਹੀਂ ਕਰਨੀ ਹੁੰਦੀ। ਪਰ ਕਹਿੰਦੇ ਉਲਟ ਹੋ ਰਿਹਾ ਹੈ। ਜਿਹਦੇ ਵਿੱਚ ਲਾਹਾ ਮਿਲਣਾ ਹੈ ਉੱਥੇ ਤੁਸੀਂ ਢਿੱਲੇ ਪੈ ਜਾਂਦੇ ਹੋ। ਲਾਹੇ ਕੋ ਤੁਮ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਸਸਤ ਵਖਰ ਤੂੰ ਕਿੰਨੇ ਨਾਹੀ, ਪਾਪੀ ਬਾਦਾ ਅਰੇਣ ਆਇਆ। ਉਹਦੇ ਜਿੱਥੇ ਤੈਨੂੰ ਲਾਹਾ ਮਿਲਣਾ ਢਿੱਲਾ ਪੈ ਜਾਣਾ ਹੈ, ਤੇ ਜਿੱਥੇ ਘਾਟਾ ਪੈਣਾ ਹੈ ਉੱਥੇ ਦੌੜ ਕੇ ਚਲਾ ਜਾਣਾ ਹੈ। ਤੇ ਤੈਨੂੰ ਫਿਰ ਕਿਸ ਤਰ੍ਹਾਂ ਪ੍ਰਾਪਤ ਹੋ ਜਾਏਗਾ? ਸਾਰਾ ਦਿਨ ਸਵਾਸ ਤਾਂ ਮਾਇਆ ਦੇ ਘਰ ਵਿੱਚ ਖਰਚ ਕਰ ਦਿੱਤੇ। ਕਿਸੇ ਨਾਲ ਨਿੰਦਿਆ ਕਰ ਲਈ, ਚੁਗਲੀ ਕਰ ਲਈ, ਈਰਖਾ ਕਰ ਲਈ, ਦਵੈਤ ਕਰ ਲਈ, ਕ੍ਰੋਧ ਕਰ ਲਿਆ। ਤੇ ਫਿਰ ਮਨ ਦੇ ਅੰਦਰ ਕਲੇਸ਼ ਆ ਜਾਂਦਾ ਹੈ, ਕਿਉਂਕਿ ਨਿੰਦਿਆ ਚੁਗਲੀ ਦਾ ਜ਼ਹਿਰ ਚੜ੍ਹ ਜਾਂਦਾ ਹੈ ਅੰਦਰ। ਤੇ ਜਦੋਂ ਜ਼ਹਿਰ ਚੜ੍ਹ ਗਿਆ ਮਨ ਪਰੇਸ਼ਾਨ ਹੋ ਜਾਂਦਾ ਹੈ। ਤੇ ਫਿਰ ਪਰੇਸ਼ਾਨ ਹੋ ਗਿਆ ਤੇ ਫਿਰ ਕਹਿੰਦਾ ਮੈਨੂੰ ਤਾਂ ਸੁੱਖ ਨਹੀਂ ਮਿਲਦਾ ਜੀਵਨ ਦੇ ਵਿੱਚ, ਮੈਂ ਤਾਂ ਦੁਖੀ ਬੜਾ ਹਾਂ। ਤੇ ਮਾਰੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਪਾਉਂਦੇ ਨੇ ਫਿਰ ਇਹ ਗਲਤੀ ਕੀਤੀ ਹੈ ਵੀ ਇਹ ਤਾਂ ਕੋਈ ਫੈਸਲੇ ਵਾਲੀ ਗੱਲ ਤਾਂ ਨਾ ਹੋਈ ਕਿ ਸਾਰੀ ਇਨਵੈਸਟਮੈਂਟ ਜਿਹੜੀ ਹੈ, ਸਾਰਾ ਸਵਾਸਾਂ ਦਾ ਧਨ ਮਾਇਆ ਦੇ ਘਰ ਵਿੱਚ ਖਰਚ ਕਰ ਦਿੱਤਾ ਤੇ ਉਥੋਂ ਜ਼ਹਿਰ ਪ੍ਰਾਪਤ ਕਰ ਲਈ ਤੇ ਫਿਰ ਦੁਖੀ ਹੋ ਗਿਆ ਤੇ ਕਹਿੰਦਾ ਮੈਨੂੰ ਅੰਮ੍ਰਿਤ ਕਿਉਂ ਨਹੀਂ ਮਿਲਦਾ ਪਿਆ। ਕਹਿੰਦੇ ਸੇਵਾ ਥੋੜੀ ਮੰਗਨ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪੁਹਤਾ। ਫਿਰ ਮਹਿਲ ਵਿੱਚ ਕਿਵੇਂ ਪ੍ਰਵੇਸ਼ ਹੁੰਦਾ ਹੈ?
बीजे बिख मंगे अमृत। वेखो ये न्याओ, एक ऐसा न्या है। अज दा मनुख सुखी होना चाहता है कि मैं सुखी हो जावां, मैनू संतुष्टि हो जाए, लेकिन वह सुखी नहीं होता। क्यों? क्योंकि डिठा सब संसार सुख ना नाम बिन। नाम नू प्राप्त नहीं किया तो दुनियावी पदार्थां दे विच सुखी नहीं हो सकता। सुख ना ही बहुते धन खाटे, सुख ना ही पेखे निरत नाटे, सुख ना ही बहु देश परमाए, सर्ब सुखा जा हर हर गुण गाए। हुण आपां की अवस्था देख रहे हैं? जिस दे कोल बहुता धन पदार्थ है वह भी परेशान है, जिस दे कोल थोड़ा है वह भी दुखी है, लेकिन दोवां तो मुक्त कोई नहीं है। जिस ग्रह बहुती तिस ग्रह चिंता, जिस ग्रह थोड़ी सो फिरे परमंता, दोहू व्यवस्था ते जो मुगता सोई सहेला पालिए। हुण आपां देख रहे हैं कि हर एक जीव दुखी है, परेशान है, चाहुंदे ने सानू सुख मिले, सुख मंगदे ने, पर वो दुख आ जाता है। उन्होंने भेद नहीं है कि सदीवी सुख नाम दे विच समा के मिलना है। तो ऐसा मन जिहड़ा है, ऐसा मनुख जिहड़ा है, वो अपने सवासां दा जुआ खेडदा है। ऐसा जग देखिया जुआरी, सब सुख मांगे नाम विसारी। नाम का त्याग कर देता है, नाम नू छड़ देता है, तो चाहता है कि मैं सदीवी सुख की प्राप्ति करा, मैनू सदीवी सुख प्राप्त होवे। पर सच्चे पातशाह कहते नहीं हो सकता। जे सुख चाहना है तो उन्होंने सानू ढंग दसिया है। जे लोड़ा सदा सुख पाई, साधु संगत गुरह बताई, ऊहा जपिए केवल नाम, साधु संगत पारग्राम। जे सदीवी सुख की प्राप्ति करने चाहते हाँ तो संगत विच आके जदों असी नाम जपांगे, ये स्वासां दा धन जमा होएगा, तो मालिक खुश होके अपने मन बच्चे नू नाम धन बख्शिश करेगा। तो जदों नाम धन बख्शिश हो गया, उदों इसनूं सदीवी सुख की प्राप्ति होएगी। तो समझाउण लग भी किस तरह फिर तुसीं ये जिहड़ा धन जिहड़ा है इनू जमा कराउणा है। और जदों ये स्वास आ रहा, कोशिश करनी है कि विचार नहीं आउण देने, फुरना नहीं आउण देना। कैसी अवस्था में चलिया जाना है? लाज मरे जो नाम न लेवे, नाम बिहोन सुखी क्यों सोवे, हर सिमरन छाड़ परमगत चाहे, मूल बिना शाखा कहता है। जदों श्वास आया तो लोक लज्जा विच नहीं जाना, इस श्वास नूं निर्गुण दे खजाने में जमा कराउणा है। श्वास आया, गुरु की मोहर ला के जमा करा दिता। जिवें जिवें ये धन जमा होएगा, फिर मालिक खुश होके वो नाम बख्शिश करनगे। तो जिन्हां नूं नाम बख्शिश हो जाता है, उन्हां नूं फिर मारे कहते लोग सुखीए ते परलोक सहेले हुंदे ने। आओ किस तरह आपां वो नाम धन तक पहुँचना है जो अपने अंदर ही है। इस करके मारे कहते मन मेरिया अंतर तेरे निदान है, बाहर वस्त ना पाल। हुण अंदर किवें प्रवेश होना है, किवें ये धन जमा कराउणा है, कित्थे जाके वो नाम मिलना है, वो भी नाल नाल आपां विचार करते हैं। आओ उस वास्ते आपां अभ्यास करना, ऐसी अवस्था दे विच चले जाना हुंदा है कि जिथे बिल्कुल साडा जिहड़ा संबंध है वो इन्हां फुरनियां विचारां दे नालों टुट जाए। इधरों विचारां नालों संबंध टुटेगा, मन सुन विच प्रवेश होएगा और सुन विचों फिर नाम की प्राप्ति हुंदी है। आओ सारे कोशिश करिए, एक मन एक चित्त हो के ये शब्द अते सुरती का मार्ग है।
ਇਹ ਆਪਣੇ ਮਨ ਨੂੰ ਤ੍ਰੈ ਗੁਣਾਂ ਦੇ ਵਿੱਚੋਂ ਕੱਢ ਕੇ ਸੁਰਤ ਨੂੰ ਸ਼ਬਦ ਵਿੱਚ ਲੀਨ ਕਰਕੇ ਉਸ ਘਰ ਤੱਕ, ਉਸ ਹੱਟ ਤੱਕ ਪਹੁੰਚਣਾ ਹੁੰਦਾ ਹੈ। ਕਿਉਂਕਿ ਸਾਡੀ ਇਸ ਕਾਇਆ ਦੇ ਅੰਦਰ ਹੱਟ ਲੱਗੇ ਹੋਏ ਨੇ। ਕਾਇਆ ਕੋਟ ਅਪਾਰ ਹੈ, ਅੰਦਰ ਹੱਟ ਨਾਲੇ। ਗੁਰਮੁਖ ਸੌਦਾ ਜੋ ਕਰੇ, ਹਰ ਵਕਤ ਸੰਭਾਲੇ। ਹੁਣ ਗੁਰਮੁਖ ਸੌਦਾ ਕਰਦੇ ਨੇ, ਮਾਲਕ ਦੇ ਹੱਟ ਤੇ ਜਾ ਕੇ ਨਾਮ ਪ੍ਰਾਪਤ ਕਰਦੇ ਨੇ, ਤੇ ਮਨਮੁਖ ਇਹ ਸਵਾਸ ਲੈ ਕੇ ਇਹ ਮਾਇਆ ਦੇ ਤਿੰਨਾਂ ਹੱਟਾਂ ਤੇ ਚਲਾ ਜਾਂਦਾ ਹੈ। ਉਹ ਨਿੰਦਿਆ ਚੁਗਲੀ ਖਰੀਦਦਾ ਰਹਿੰਦਾ ਹੈ, ਜ਼ਹਿਰ ਇਕੱਠੀ ਕਰਦਾ ਰਹਿੰਦਾ ਹੈ। ਉਸ ਨੂੰ ਮਾਰੇ ਕਹਿੰਦੇ ਨੇ ਕਾਚਾ ਧਨ ਸੰਚੇ ਮੂਰਖ ਗਵਾਰ। ਉਹ ਇਹ ਕੱਚਾ ਧਨ ਪ੍ਰਾਪਤ ਕਰਦਾ ਰਹਿੰਦਾ ਹੈ। ਤੇ ਗੁਰਮੁਖ ਕੀ ਕਰਦੇ ਨੇ? ਉਹ ਸਿਮਰਨ ਕਰਦੇ ਹੋਏ ਹਰੀ ਦੇ ਹੱਟ ਤੇ ਜਾਂਦੇ ਨੇ, ਉਹ ਨਾਮ ਧਨ ਨੂੰ ਪ੍ਰਾਪਤ ਕਰਦੇ ਨੇ। ਆਓ ਕਿਸ ਤਰ੍ਹਾਂ ਆਪਾਂ ਨਾਮ ਧਨ ਪ੍ਰਾਪਤ ਕਰਨਾ, ਉਸ ਵਾਸਤੇ ਆਪਾਂ ਇਹ ਸਿਮਰਨ ਕਰਨਾ। ਜਦੋਂ ਸਿਮਰਨ ਕਰਾਂਗੇ, ਇਹ ਸਵਾਸ ਨਿਰਗੁਣ ਦੇ ਹਰੀ ਦੇ ਹੱਟ ਤੇ ਜਮ੍ਹਾਂ ਹੋਣਗੇ, ਉੱਥੋਂ ਫਿਰ ਸਾਨੂੰ ਨਾਮ ਧਨ ਮਿਲੇਗਾ। ਆਓ ਸਾਰੇ ਪਿਆਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੋਸ਼ਿਸ਼ ਕਰੀਏ। ਇਹ ਸਿਮਰਨ ਨੂੰ ਆਪਾਂ ਤੁਰਦਿਆਂ ਫਿਰਦਿਆਂ ਵੀ ਕਰ ਸਕਦੇ ਹਾਂ, ਕਿਉਂਕਿ ਜਦੋਂ ਆਪਾਂ ਕਰਮ ਕਰਦੇ ਹਾਂ, ਕੋਈ ਵੀ ਤੁਸੀਂ ਕਰਮ ਕਰਦੇ ਹੋ, ਕੰਮ ਦੇ ਨਾਲ ਨਾਲ ਵੀ ਤੁਸੀਂ ਇਹ ਧਰਮ ਦੇ ਰਸਤੇ ਤੇ ਚੱਲ ਸਕਦੇ ਹੋ। ਕਰਮ ਧਰਮ ਤੁਮ ਚੌਪੜ ਸਾਜੋ। ਲੇਕਿਨ ਜੀਵ ਇੰਨਾ ਉਲਝ ਜਾਂਦਾ ਹੈ, ਉਹ ਇੰਨਾ ਕਰਮ ਨਾਲ ਵੱਧ ਜਾਂਦਾ, ਇੱਧਰੋਂ ਸ਼ਬਦ ਨੂੰ ਭੁੱਲ ਜਾਂਦਾ ਹੈ। ਕਰਮ ਕਰੇ ਗੁਰ ਸ਼ਬਦ ਨਾ ਪਛਾਣੇ, ਮਰ ਜੰਮੇ ਵਾਰੋ ਵਾਰਾ। ਇਹ ਕਰਮ ਤੇ ਵੀ ਆਪਾਂ ਨਾਲ ਸਿਮਰਨ ਕਰਨਾ ਹੈ, ਔਰ ਨਾਲ ਨਾਲ ਆਪਾਂ ਜਦੋਂ ਸਮੇਂ ਵਿਹਲਾ ਸਮਾਂ ਬੈਠਦੇ ਹਾਂ, ਉਦੋਂ ਐਸਾ ਸਿਮਰਨ ਕਰਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਸੁਣ ਵਿੱਚ ਪ੍ਰਵੇਸ਼ ਹੋਣ ਦੀ ਕੋਸ਼ਿਸ਼ ਕਰਨੀ ਕਿ ਜਿੱਥੋਂ ਨਾਮ ਮਿਲੇ ਸਾਨੂੰ। ਤੇ ਨਾਮ ਦੇ ਵਿੱਚ ਸਮਾ ਕੇ ਹੀ ਮਨ ਦੀ ਜੋਤ ਪ੍ਰਗਟ ਹੁੰਦੀ ਹੈ, ਜਿੱਥੇ ਉਸ ਨੂੰ ਫਿਰ ਭੇਦ ਆਉਂਦਾ ਹੈ ਸਾਰਾ, ਜਿੱਥੇ ਉਸ ਨੂੰ ਸਾਰਾ ਹਰੀ ਦਾ ਰੂਪ ਦਿਸਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹਦੇ ਅੰਦਰੋਂ ਨਫ਼ਰਤ ਖਤਮ ਹੋ ਜਾਂਦੀ ਹੈ, ਉਹਦੇ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਹੈ। ਜੋ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਐਸੀ ਅਵਸਥਾ ਬਣ ਗਈ, ਦੂਸਰਿਆਂ ਦੇ ਵਿੱਚ ਵੀ ਉਹਦੀ ਜੋਤ ਦਿਸਣ ਲੱਗ ਜਾਂਦੀ ਹੈ। ਫਿਰ ਦੂਸਰਾ ਨਹੀਂ ਦਿਸਦਾ। ਜੇ ਤੋਂ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਫਿਰ ਦੂਸਰਾ ਨਹੀਂ ਦਿਖਦਾ, ਹਰੀ ਦਾ ਰੂਪ ਨਜ਼ਰ ਆਉਂਦਾ ਹੈ। ਚਾਹੇ ਬੱਚੇ ਨੇ, ਮਾਤਾ ਪਿਤਾ ਨੂੰ ਹਰੀ ਦਾ ਰੂਪ ਨਜ਼ਰ ਆਉਂਦੇ ਨੇ, ਤੇ ਜੇ ਬੱਚੇ ਇਸ ਅਵਸਥਾ ਵਿੱਚ ਪਹੁੰਚੇ ਨੇ, ਉਹਨਾਂ ਨੂੰ ਮਾਤਾ ਪਿਤਾ ਵੀ ਹਰੀ ਦਾ ਰੂਪ ਨਜ਼ਰ ਆਉਂਦੇ ਨੇ। ਉਹ ਆਪਣੇ ਮਾਤਾ ਪਿਤਾ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਉਹਨਾਂ ਦੀ ਸੇਵਾ ਕਰਦੇ ਨੇ। ਤੇ ਜੇ ਨਾ ਇਹ ਸਿੱਖਿਆ ਹੋਏਗੀ, ਤੇ ਜੇ ਮਾਤਾ ਪਿਤਾ ਥੋੜ੍ਹੇ ਜਿਹਾ ਕਰਮ ਕਰਨੋਂ ਹਟ ਗਏ, ਤਾਂ ਆਪਾਂ ਦੇਖਦੇ ਹਾਂ ਦੁਬਿਧਾ ਪੈਦਾ ਹੁੰਦੀ ਹੈ, ਤੇ ਉਹ ਮਾਤਾ ਪਿਤਾ ਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ। ਇਸ ਕਰਕੇ ਆਪਾਂ ਇਹ ਕੋਸ਼ਿਸ਼ ਕਰਨੀ ਹੈ, ਐਸੀ ਅਵਸਥਾ ਦੇ ਵਿੱਚ ਪ੍ਰਵੇਸ਼ ਹੋਣਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਉਹ ਤਾਂ ਹੋਏਗਾ ਜੇ ਅੰਦਰੋਂ ਸਾਡੀ ਲਿਵ ਨਾਮ ਨਾਲ ਜੁੜੀ ਹੋਏਗੀ ਤਾਂ। ਤੇ ਜੇ ਅੰਦਰੋਂ ਨਹੀਂ ਜੁੜੀ, ਤੇ ਦੂਸਰੇ ਦੇ ਵਿੱਚ ਔਗਣ ਹੀ ਨਜ਼ਰ ਆਉਣਗੇ। ਆਓ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ, ਆਪਣੇ ਅੰਤਰਗਤ ਪ੍ਰਵੇਸ਼ ਹੋਈਏ, ਅੰਦਰੋਂ ਨਾਮ ਨਾਲ ਜੁੜੀਏ, ਆਪਣੀ ਅਕਲ ਜੋਤ ਦਾ ਇਸਤੇਮਾਲ ਕਰਨਾ ਸਿੱਖੀਏ, ਤੇ ਜੀਵਨ ਦੇ ਵਿੱਚ ਇਹ ਜਿਹੜਾ ਜੀਵਨ ਹੈ, ਇਸ ਨੂੰ ਸੁਖਾਲਾ ਬਣਾਈਏ। ਆਓ ਕਿਸ ਤਰ੍ਹਾਂ ਆਪਾਂ ਚੱਲਣਾ ਹੈ ਸਾਰਿਆਂ ਨੇ, ਸ਼ਬਦ ਅਰ ਸੁਰਤੀ ਦਾ ਮਾਰਗ। ਇਹ ਸਵਾਸ ਕਿਸ ਤਰ੍ਹਾਂ ਜਮ੍ਹਾਂ ਕਰਾਉਣੇ ਨੇ? ਆਓ ਸਿਮਰਨ ਨਾਲ ਜੁੜ ਕੇ, ਆਪਣੀ ਧੁਨ ਵਿੱਚ ਧਿਆਨ ਰੱਖਦਿਆਂ ਹੋਇਆਂ ਗੁਰੂ ਦਾ ਜੋ ਮੰਤਰ ਹੈ, ਰਸਨਾ ਦੁਆਰਾ ਉਚਾਰਨ ਕਰਨਾ, ਤੇ ਸਰਵਣਾ ਦੁਆਰਾ ਇਸ ਨੂੰ ਸੁਣਨਾ, ਬੋਲਣਾ, ਔਰ ਸੁਣਦਿਆਂ ਸੁਣਦਿਆਂ ਐਸੀ ਅਵਸਥਾ ਵਿੱਚ ਚਲੇ ਜਾਣਾ ਹੁੰਦਾ ਹੈ ਕਿ ਜਿੱਥੇ ਬਿਲਕੁਲ ਆਕਾਗਰ ਚਿੱਤ ਹੋ ਜਾਏ, ਜਿੱਥੇ ਬਿਲਕੁਲ ਮਨ ਜਿਹੜਾ ਹੈ ਉਹ ਧਿਆਨ ਦੀ ਅਵਸਥਾ ਵਿੱਚ ਟਿਕ ਜਾਏ। ਤੇ ਜਦੋਂ ਟਿਕੇਗਾ, ਅੰਦਰੋਂ ਫੁਰਨੇ ਖਤਮ ਹੋ ਗਏ, ਭਾਂਡਾ ਖਾਲੀ ਹੋ ਗਿਆ, ਫਿਰ ਇਹਦੇ ਵਿੱਚ ਵਸਤੂ ਪੈਂਦੀ ਹੈ। ਤੇ ਜੇ ਅੰਦਰੋਂ ਪਹਿਲਾਂ ਭਰਿਆ ਹੋਏਗਾ, ਤੇ ਫਿਰ ਇਹਦੇ ਵਿੱਚ ਉਹ ਵਸਤੂ ਦਾ ਟਿਕਾਊ ਨਹੀਂ ਹੁੰਦਾ। ਆਓ ਸਾਰੇ ਕੋਸ਼ਿਸ਼ ਕਰਕੇ ਦੇਖੀਏ। ਕਰੋ ਕਿਰਪਾ,
ਵਾਹਿਗੁਰੂ 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 ਵਾਹਿਗੁਰੂ। ऐसा अभ्यास करदਿਆਂ ਆਪਣੇ ਅੰਤਰਗਤ ਪ੍ਰਵੇਸ਼ ਹੋ ਜਾਣਾ ਹੈ। ਜਿਵੇਂ ਜਿਵੇਂ ਅੰਤਰਗਤ ਪ੍ਰਵੇਸ਼ ਹੋ ਗਏ ਐਸੀ ਅਵਸਥਾ ਬਣ ਗਈ ਅੱਲਾਹੁ ਆਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ। ਇਧਰਲੇ ਜਿਹੜੇ ਖਿਆਲ ਸੀ ਫੁਰਨੇ ਸੀ ਰੁਕ ਜਾਂਦੇ ਨੇ। ਮਨ ਸੁਣ ਵਿੱਚ ਸਮਾਧੀ ਲਾ ਲੈਂਦਾ ਹੈ। ਸੁਣ ਵਿੱਚ ਸਮਾਧੀ ਲਾਉਣ ਦੇ ਨਾਲ ਅੰਦਰੋਂ ਫਿਰ ਉਹ ਨਾਮ ਪ੍ਰਗਟ ਹੁੰਦਾ ਹੈ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਅੰਦਰ ਨਿਰੰਤਰ ਸ਼ਬਦ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅੰਤਰ ਨਿਰੰਤਰ ਸ਼ਬਦ ਚੱਲਣ ਲੱਗ ਜਾਂਦਾ ਸੁਰਤ ਉਹਨੂੰ ਸੁਣਨ ਲੱਗ ਜਾਂਦੀ ਹੈ। ਉਸ ਵਕਤ ਇਹ ਅਵਸਥਾ ਬਣਦੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ। ਉਧਰੋਂ ਆਵਾਜ਼ ਆ ਰਹੀ ਹੈ ਇਧਰੋਂ ਸੁਰਤ ਉਸ ਸ਼ਬਦ ਨੂੰ ਸੁਣ ਰਹੀ ਹੈ। ਸ਼ਬਦ ਅਤੇ ਸੁਰਤ ਦਾ ਆਪਸ ਵਿੱਚ ਮਿਲਾਪ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ ਉੱਥੋਂ ਹੀ ਅੱਗੇ ਜੋਤ ਪ੍ਰਗਟ ਹੁੰਦੀ ਹੈ। ਸਤਿਗੁਰ ਸ਼ਬਦ ਹਜ਼ਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਉਹ ਇਸੋਂ ਅਗਲੀ ਅਵਸਥਾ ਹੈ। ਫਿਰ ਜਦੋਂ ਆਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਫਿਰ ਸ਼ਬਦ ਵਿੱਚ ਸਮਾ ਕੇ ਅਗੰਮ ਵਿੱਚ ਕਿਵੇਂ ਪ੍ਰਵੇਸ਼ ਆਉਣਾ ਹੁੰਦਾ ਹੈ ਉਹ ਆਪਾਂ ਵਿਚਾਰ ਕਰਾਂਗੇ। ਸੋ ਇਹ ਬੇਨਤੀ ਹੈ ਕਿ ਆਪਾਂ ਨੂੰ ਇਹ ਮਨੋਰਥ ਹੀ ਇਸ ਵਾਸਤੇ ਮਕਸਦ ਮਿਲਿਆ ਹੈ ਜੀਵਨ ਦਾ ਕਿ ਅਸੀਂ ਨਾਮ ਨੂੰ ਪ੍ਰਾਪਤ ਕਰਕੇ ਨਾਮ ਦੇ ਨਾਲ ਜੁੜ ਕੇ ਨਾਮ ਦੇ ਵਿੱਚ ਸਮਾ ਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਖੰਡਨ ਕਰ ਲਈਏ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ। ਸੋ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤ ਵਿੱਚ ਆਉਣ ਦਾ ਸਾਡਾ ਜੋ ਮਨੋਰਥ ਹੈ ਉਹ ਸੰਪੂਰਨ ਹੋਵੇ। ਮਨਸਾ ਧਾਰ ਜੇ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ। ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਓ। ਸਾਡਾ ਮਨੋਰਥ ਪੂਰਾ ਹੋਵੇ ਅਸੀਂ ਆਪਣੇ ਜੀਵਨ ਵਿੱਚ ਸਫਲ ਹੋਈਏ। ਸੋ ਇਹਨੇ ਵਿਚਾਰ ਕਰਦਿਆਂ ਹੋਇਆਂ ਅਗਰ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ ਬਖਸ਼ ਦੇਣਾ ਜੀਓ।